किथे जाए बगे मेरा सो थान सुहावा राम राजे गुर सिखी सो मान कालिया लै तू मुख लावा गुर सिखा की कार पई ए जिनहार नाम ते आवा आवे गुरु दी धूड़ जां भस्म लाउणी ते इसे शब्द दे विच इहो ही है मैं सतगुर भस्म लगावे मैं सतगुर भस्म लगावे मैं सतगुर भस्म लगावे गो मैं सतगुर भस्म लगावे गो रहाओ दे दुआले पाउणा है रहाओ की है मन गुरमति रस गुण गावे मन गुरमति रस गुण गावे गो गुर सतगुर भस्म लगावे गो गुर सतगुर भस्म लगावे गो किता जिहवा एक होए लख कोटि जिहवा एक होए लख कोटि लख कोटि कोट ते आवे गो लख कोटि कोट ते आवे गो इस सतगुर बचन बचन है सतगुर सतगुर बचन बचन है सतगुर पादर मुक्त जनावे गो हे पादर मुक्त जनावे गो सतगुर बचन बचन है सतगुर सतगुर बचन बचन है सतगुर राम हम सतगुर पार ब्रह्म कर माने राम हम सतगुर पार ब्रह्म कर माने हम मूड मुग्ध असुद्ध मत होते हम मूड मुग्ध असुद्ध मत होते और सतगुर के बचने हार हम जाने गुर सतगुर के बचने हार हम जाने राम हम सतगुर पार ब्रह्म कर माने राम हम सतगुर पार ब्रह्म कर माने सतगुर के बचने हार हम जाने गुर सतगुर के बचने हार हम जाने राम हम सतगुर पार ब्रह्म कर माने राम हम सतगुर पार ब्रह्म कर माने जो बोले पूरा सत्य गुरु सो परमेश्वरे सोनिया जो बोले पूरा सत्य गुरु सो परमेश्वरे सोनिया जेड़ा पूरा सतगुरु बोल गया वो बोलिया कादे थानी आ बाणी सारी ओदी है वो समझ लो परमेश्वर ने सुन लिया परमेश्वर ही बोल रहा ओदे अंदर जो बोले पूरा सतगुरु सो परमेश्वर सुनिया जो बोले पूरा सतगुरु सो परमेश्वर पूरा सतगुरु लिखिया किते देखियो राधा स्वामी वाले चल जाओ जाओ नाम तारियां पूरा सतगुरु वो भी बाणी उन्होंने बड़ी बनाई है इस लैवल के उत्ते सारियां आ निरंकारियां ना भी सारियां ना कोई घट नहीं कीती किसी ना
ਰੀਸ ਕਰਨੋ ਰੀਸਾ ਕਰਨ ਤਿਨਾਂ ਕੀਆਂ ਜੋ ਸੇਵਨ ਦਰ ਖੜੀਆਂ। ਉਹਨਾਂ ਨਾਲ ਵੀ ਆਪਣੀਆਂ ਆਪਣੀਆਂ ਬਾਣੀਆਂ ਨਾਲ ਇਹ ਵੀ ਬਾਣੀ ਦਾ ਆਸਰਾ ਲੈਂਦੇ, ਨਾਲ ਹੋਰ ਵੀ ਰਚੀ ਹੈ। ਪਰ ਮਹਾਰਾਜ ਤੇ ਕਹਿੰਦਾ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਦੁਨੀਆ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਦੁਨੀਆ। ਇਹ ਸੱਚ ਮੰਨਿਓ ਇਸ ਲਾਈਨ ਦੀ ਸਚਾਈ ਨੂੰ ਵੀ ਜਿੰਨੀਆਂ ਧਰਮਰਾਜ ਦੇ ਦਰਬਾਰ 'ਚ ਗਾਂ ਜੂਨਾਂ ਮਿਲਦੀਆਂ ਨਾ ਕਿਸੇ ਨੂੰ, ਉਹ ਸਭ ਐਸ ਗੁਰਬਾਣੀ ਦੇ ਲਿਹਾਜ਼ ਨਾਲ ਮਿਲਦੀਆਂ। ਉਹ ਆਈ ਕਹਿੰਦੇ ਪੂਲਾ ਭਾਈ ਉਹ ਪੂਰੇ ਦਾ ਪੂਰਾ ਖੋਲੋ ਥਾਟ, ਉਹ ਪੂਰੇ ਦਾ ਪੂਰਾ ਬ੍ਰਹਮ ਗਿਆਨ ਖੋਲੋ। ਉਹ ਕੀ ਕਹਿੰਦੀ ਲਾਈਨ? ਉਹ ਕਹਿੰਦੇ ਜੀ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੋ ਮਰੇ। ਉਹ ਸਰਪ ਜੂਨ ਬਾਲ ਬਾਲ ਇੱਕ ਵਾਰੀ ਨਹੀਂ ਨੂੰ ਦਿਓ ਇਹਨੂੰ ਜੀ, ਕਈ ਸੈਂਕੜੇ ਵਾਰੀ ਇਹ ਸੱਪ ਬਣੇ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ। ਉਹ ਕਹਿੰਦੇ ਜੀ ਕਿਹੜੀ ਜੂਨ ਦਈਏ? ਕਹਿੰਦੇ ਭਾਈ ਸ਼ਬਦ ਦੇਖੋ, ਪੂਰੇ ਦਾ ਸ਼ਬਦ ਦੇਖੋ। ਉਹ ਸ਼ਬਦ ਕਹੂਗਾ ਜੀ ਸੂਕਰ ਜੂਨ ਬਾਲ ਬਾਲ ਉਤਰੇ। ਇਹਨੂੰ ਸੂਰ ਦੀ ਜੂਨ ਦਿਓ ਤਾਂ ਕਿ ਇਹਦੇ ਪਿੱਛੇ 22 ਨਿਆਣੇ ਤੁਰੇ ਫਿਰਨ। ਇਹ ਲੜਕੇ ਹੀ ਮੰਗਦਾ ਸੀ। ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ। ਬੇਸਵਾ ਜੂਨ ਇਹਨੂੰ ਦਿਓ ਕੰਜਰਾਂ ਦੀ ਜੂਨ, ਕਿਉਂਕਿ ਕੰਜਰੀ ਇਕੱਲੇ ਨਹੀਂ ਹੁੰਦੇ, ਮੇਲ ਕੰਜਰ ਵੀ ਹੁੰਦੇ ਆ, ਫੀਮੇਲ ਕੰਜਰੀਆਂ ਵੀ ਹੁੰਦੀਆਂ। ਉਹ ਕੰਜਰ ਉਹ ਬੇਸਵਾ ਜੂਨ ਬਲ ਬਲ ਉਤਰੇ। ਅੰਤ ਕਾਲ ਜੋ ਮੰਦਰ ਸਿਮਰੇ। ਤੇ ਜਿਹਨੇ ਬੜੇ ਫਲੈਟ ਬਣਾਏ ਸੀ, ਉਤਲਾ ਫਲੈਟ ਬਣਾਉਂਦਾ ਹੀ ਮਰ ਗਿਆ। ਉਹ ਕਹਿੰਦੇ ਚੱਲ ਇਹਨੂੰ ਉਸੇ ਉਤਲੇ ਫਲੈਟ 'ਚ ਪ੍ਰੇਤ ਬਣਾ ਕੇ ਭੇਜ ਦਿਓ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ। ਪ੍ਰੇਤ ਜੂਨ ਬਲ ਬਲ ਉਤਰੇ। ਉੱਥੇ ਇਹਦਾ ਬਸ ਉੱਥੇ ਨਿਵਾਸਾ ਕਰ ਦਿਓ। ਪਏ ਕਿਰਾਏਦਾਰਾਂ ਦਾ ਖੂਨ ਚੂਸਦਾ ਫਿਰੂ ਤੇ ਇਹਨੂੰ ਉੱਥੇ ਹੀ ਘੱਲੋ ਪ੍ਰੇਤ ਜੂਨ 'ਚ। ਕਹਿੰਦੇ ਜੀ ਪ੍ਰੇਤ ਹੈਗੇ ਨੇ, ਉਹ ਰੋਜ਼ ਤੇ ਪੜ੍ਹਦੇ ਹੋ ਸੁਖਮਨੀ ਸਾਹਿਬ 'ਚ, ਕਈ ਕੋਟ ਭੂਤ ਪ੍ਰੇਤ ਇਹ ਬੜੀ ਭਾਰੀ ਬੜੀ ਗਹਿਮ ਜੂਨ ਹੈ। ਇਹ ਬੜੇ ਇਹਦੇ 'ਚ ਜਾਂਦੇ ਨੇ। ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਜ। ਇਹ ਕਿਉਂਕਿ ਕਈ ਸਾਰਾ ਮਤਲਬ ਇਹ ਜਿਹੜਾ ਉਹ ਉਸ ਵੇਲੇ ਆਹ ਚੀਜ਼ ਖੁੱਲ੍ਹਦੀ ਉੱਥੇ। ਇਹ ਸਤਿਗੁਰੂ ਦੀਆਂ ਬਾਣੀ ਦੀ ਸਚਾਈ ਦਾ ਜ਼ਾਹਰ ਕਰੇਗੀ ਇਹ ਲਾਈਨ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਦੁਨੀਆ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਦੁਨੀਆ। ਫਿਰ ਪੂਰਾ ਸਤਿਗੁਰੂ ਹੈ ਹੀ ਬਾਬਾ ਨਾਨਕ। ਉਹਦਾ ਸ਼ਬਦ ਕਹਿੰਦਾ ਕਾਮਣ ਲੋੜੇ ਸੋਨਾ ਰੂਪਾ, ਮਿੱਤਰ ਲੋੜੇ ਖਾ ਦਾਤਾ। ਬਾਬੇ ਨਾਨਕ ਦਾ ਸ਼ਬਦ ਹੈ। ਅਖੀਰ ਤੇ ਉਹਨੇ ਲੋੜ ਕੱਢਿਆ ਇਹ ਚੀਜ਼ ਮਿੱਤਰ ਮੈਂ ਕੀਤੀ। ਤੇ ਕਹਿੰਦੇ ਲਿਆ ਯਾਰ ਖੜਾ। ਜਦੋਂ ਕੱਚੀ ਜਾਰੀ ਲੱਡੂਆਂ ਦੀ, ਜਦੋਂ ਲੱਡੂ ਮੁੱਕ ਗਏ ਜਾ ਰਹੇ ਜਰਾਨੇ ਟੁੱਟ ਗਏ। ਉਹ ਜਦੋਂ ਖਾਣ ਨੂੰ ਕੁਛ ਨਹੀਂ ਹੁੰਦਾ ਉਦੋਂ ਉਹਦੇ ਲਾਗੇ ਕੋਈ ਨਹੀਂ ਆਉਂਦਾ। ਕਾਮਣ ਲੋੜੇ ਸੋਨਾ ਰੂਪਾ। ਉਹ ਕਹਿੰਦੀ ਜਿੱਥੋਂ ਮਰਜ਼ੀ ਲਿਆ। ਨਾਨਕ ਪਾਪ ਕਰੇ ਤਿੰਨ ਕਾਰਨ। ਘਰ ਵਾਲੀ ਨੂੰ ਖੁਸ਼ ਕਰਨ ਲਈ, ਸੋਨਾ ਰੂਪਾ ਲਿਆਉਣ ਲਈ, ਉਹਦੇ ਲਈ ਮਹਾਰਾਜ ਦਾ ਸ਼ਬਦ ਕਹਿੰਦਾ ਨਾਨਕ ਪਾਪ ਕਰੇ ਤਿੰਨ ਕਾਰਣੇ ਜਾਏਗੋ ਜੰਪੁਰ ਬਾਂਹ ਦਾਤਾ। ਬੰਨਿਆ ਜਾਏਗਾ ਉੱਥੇ ਐਨ ਜੰਪੁਰ। ਬਾਬੇ ਨਾਨਕ ਦੀ ਲਾਈਨ ਹੈ ਔਰ ਉਹਦੇ ਨਾਲ ਹੀ ਉੱਥੇ ਉਹ ਫੈਸਲੇ ਹੁੰਦੇ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਦੁਨੀਆ। ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਧਾਰਿਆ। ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਧਾਰਿਆ। ਇਹ ਬਹੁਤ ਵਡਿਆਈਆਂ ਸਾਹਿਬ, ਬਹੁਤ ਵਡਿਆਈਆਂ ਸਾਹਿਬ, ਇਹ ਬਹੁਤ ਵਡਿਆਈਆਂ ਸਾਹਿਬ ਨਹਿ ਜਾਈ ਗਲੀਆਂ। ਇਹ ਬਹੁਤ
ਸਹਿਜ ਆਨੰਦ ਸਚ ਸਹਿਜ ਆਨੰਦ ਸਤਿਗੁਰੂ ਪਾਸੇ ਸਚ ਸਹਿਜ ਆਨੰਦ ਸਤਿਗੁਰੂ ਪਾਸੇ। ਇੱਥੇ ਸੱਚ ਨੂੰ ਲੱਭਣ ਲਈ ਮਾਈ ਐਕਸਪੈਰੀਮੈਂਟਸ ਵਿਦ ਟਰੁਥ, ਮਹਾਤਮਾ ਗਾਂਧੀ ਮਰ ਗਿਆ ਸੱਚ ਨੂੰ ਲੱਭਦਾ। ਆਨੰਦ ਨੂੰ ਲੱਭਦੇ ਲੱਭਦੇ ਆਨੰਦ ਮਾਰਗ ਬਣ ਗਏ, ਕਈ ਆਨੰਦ ਮਾਰਗੀ। ਉਹ ਮਹਾਰਾਜ ਕੇ ਇੱਕ ਲਾਈਨ 'ਚ ਫੈਸਲਾ ਕਰ ਦਿੰਦੇ, ਸੱਚ ਸਹਿਜ ਆਨੰਦ ਸਤ ਗੁਰੂ ਪਾਸ ਸਤ ਗੁਣ ਮਣੀਆ। ਸੱਚ ਸਹਿਜ ਆਨੰਦ ਸਤ ਗੁਰੂ ਪਾਸ ਸਤ ਗੁਣ ਮਣੀਆ। ਗੁਰ ਮਣੀਆਂ ਲਿਖਿਆ, ਦੀਪਕ ਨਹੀਂ ਲਿਖਿਆ, ਦੀਵਾ ਨਹੀਂ ਲਿਖਿਆ, ਗਿਆਨ ਨਹੀਂ ਲਿਖਿਆ। ਇੱਕ ਭਗਤੀ ਹੈ, ਇੱਕ ਗਿਆਨ ਮਾਰਗ ਹੈ। ਭਗਤੀ ਮਾਰਗ ਬਹੁਤ ਉੱਚਾ ਹੈ, ਗਿਆਨ ਮਾਰਗ ਗਿਆਨ ਖੰਡ ਤੱਕ ਹੀ ਹੈ। ਗਿਆਨ ਦਾ ਦੀਵਾ ਬੁਝ ਸਕਦਾ ਹੈ, ਤੇਲ ਖਤਮ ਹੋਇਆ, ਬੱਤੀ ਸੜਿਆ ਜਾਂ ਹਵਾ ਪਈ, ਕਾਮ ਕ੍ਰੋਧ ਮੋਹ ਦੀ ਹਨੇਰੀ ਚੱਲੀ, ਦੀਵਾ ਬੁਝ ਜਾਏਗਾ। ਲੇਕਿਨ ਜਿਹੜਾ ਮਣੀ ਹੈ, ਹੀਰਾ ਹੈ, ਉਹਦੀ ਆਪਣੀ ਲੋ ਹੁੰਦੀ ਹੈ। ਉਹਨੂੰ ਹਨੇਰੇ ਕਮਰੇ 'ਚ ਰੱਖ ਦਿਓ, ਜਿੰਨਾ ਮਰਜੀ ਪੱਖਾ ਮਾਰੀ ਚੱਲੋ, ਉਹਨੇ ਨਹੀਂ ਬੁਝਣਾ। ਉਹਦੀ ਹੀਰੇ ਦੀ ਆਪਣੀ ਮਣੀ ਦੀ ਲੋ ਹੁੰਦੀ ਹੈ। ਇਸ ਕਰਕੇ ਮਹਾਰਾਜ ਕੋਲ ਕੀ ਹੈ? ਦੀਵਾ ਨਹੀਂ ਹੈ। ਮਹਾਰਾਜ ਕੋਲ ਕੀ ਹੈ? ਸੱਚ ਸਹਿਜ ਆਨੰਦ ਸਤਿ ਗੁਰੂ ਪਾਸ ਸੱਚੀ ਗੁਰ ਮਣੀਆ। ਸੱਚ ਸਹਿਜ ਆਨੰਦ ਸਤਿ ਗੁਰੂ ਪਾਸ ਸੱਚੀ ਗੁਰ ਮਣੀਆ। ਕਰਕੇ ਸਾਰੀ ਸੁਖਮਣੀ ਸਾਹਿਬ ਦੀ ਜਿੱਡੀ ਲੰਮੀ ਬਾਣੀ ਆ, ਉਹਦਾ ਇੱਕੋ ਰਹਾਉ ਹੈ। ਕੀ ਹੈ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਾਂ। ਸੁਖਮਣੀ ਉਹ ਮਣੀ ਹੈ, ਉਹਦੇ ਵੱਲ ਇਸ਼ਾਰਾ। ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰ ਮਣੀਆ। ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰ ਮਣੀਆ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਰੇ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਨਾਨਕ ਸੰਤ ਸਵਾਰੇ ਪਾਰ ਬ੍ਰਹਮੇ ਸੱਚੇ ਜਿਉ ਬਣਿਆ। ਨਾਨਕ ਸੰਤ ਸਵਾਰੇ ਪਾਰ ਬ੍ਰਹਮੇ ਸੱਚੇ ਜਿਉ ਬਣਿਆ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਹੁਣ ਵੀ ਜਿਹੜਾ ਬੋਲਿਆ ਸਤਿਗੁਰੂ, ਇਹ ਅੱਖਰਾਂ 'ਚ ਆਇਆ। ਜੇ ਰੱਬ ਬੋਲਿਆ ਹੈ ਤੇ ਉਹ ਗਾਂ ਕਾਗਜ਼ਾਂ ਤੇ ਕਿੱਦਾਂ ਆਇਆ, ਸਾਡੇ ਤੱਕ ਕਿੱਦਾਂ ਪਹੁੰਚਿਆ? ਉਹ ਅੱਖਰਾਂ ਰਾਹੀਂ ਪਹੁੰਚਿਆ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ। ਜੈ ਬੋਲ ਤਾਂ ਅੱਛਰ ਆਵਾ। ਕਬੀਰ ਜੀ ਉਹ ਲਿਖਦੇ, ਜਦੋਂ ਬੋਲਾਂਗੇ ਅਸੀਂ ਅੱਖਰਾਂ 'ਚ ਬੋਲਾਂਗੇ। ਜੈ ਬੋਲ ਤਾਂ ਅੱਛਰ ਆਵਾ। ਹੁਣ ਇਹ ਜਿਹੜਾ ਸਤਿਗੁਰੂ ਸਾਡਾ ਅਕਾਲ ਪੁਰਖ ਦਾ ਇੱਕ ਲੈਫਟੀਨੈਂਟ ਜਿਹੜਾ ਸਤਿਗੁਰੂ ਹੁੰਦਾ, ਕਿਉਂਕਿ ਜੋ ਵੀ ਕੰਮ ਇਸ ਦੁਨੀਆ 'ਚ ਕਰਨਾ, ਕਰਨ ਕਰਾਵਨ ਸਗਲ ਵਿਦ ਸੋ ਸੱਤੇ ਗੁਰੂ ਹਮਾਰਾ ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰ। ਅਕਾਲ ਪੁਰਖ ਬਹੁਤ ਵੱਡੀ ਚੀਜ਼ ਹੈ। ਉਹਦੀ ਇੱਕ ਜੋਤ ਆਉਂਦੀ ਹੈ ਔਰ ਉਹ ਕਿਸੇ ਗੁਰਮੁਖ ਦੇ ਅੰਦਰ ਆਉਂਦੀ ਹੈ। ਉਸ ਜੋਤ ਨੂੰ ਸਤਿਗੁਰੂ ਕਿਹਾ। ਇਹ ਜੋਤ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਇਹ 9 ਪਾਤਸ਼ਾਹੀਆਂ ਤੱਕ ਇਹ ਉਹਨਾਂ 9 ਸਰੀਰਾਂ 'ਚ ਜੋਤ ਗਈ ਔਰ ਹੈ ਇੱਕੋ ਹੀ ਜੋਤ ਸੀ, ਨਾਨਕ ਜੋਤ।
10ਵੀਂ ਪਾਤਸ਼ਾਹ ਸੀ, ਉਹ ਯੁੱਗ ਪੁਰਸ਼ ਸੀ, ਉਹ ਨਾਨਕ ਜੋਤ ਨਹੀਂ ਸੀ। ਇਹ ਅਸੀਂ ਪਿੱਛੇ ਸਾਬਤ ਕਰਦੇ ਆ ਰਹੇ। 9 ਜੋਤਾਂ ਤੱਕ ਕੇ ਸਤਿਗੁਰੂ ਬੋਲੇ, ਵਿੱਚ ਕਈ ਸਤਿਗੁਰੂ ਨਹੀਂ ਬੋਲੇ। ਉਹ ਉਸ ਜੋਤ ਨੂੰ ਉਦਾਂ ਹੀ ਫੜੀ ਆਏ ਜਿੱਦਾਂ ਓਲੰਪਿਕ ਦੀ ਫਲੇਮ ਇੱਕ ਥਾਂ ਫੜ ਕੇ ਅਗਲੇ ਥਾਂ ਲਿਜਾਂਦੇ ਤੇ ਅਗਲੇ ਤੋਂ ਗਾਂਹ ਹੱਥ 'ਚ ਦੇ ਦਿੰਦੇ ਨੇ। ਐਦਾਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ 9 ਜੋਤ ਗਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥ 'ਚ ਫੜਾਤੀ। ਇਹ ਜਿਹੜਾ ਸਤਿਗੁਰੂ ਸਾਰੇ ਬੋਲੇ ਨੇ, ਇਹ ਕਿਸੇ ਅੱਖਰਾਂ 'ਚ ਬੋਲੇ ਹੈ। ਔਰ ਇਹ ਮੰਨੀ ਪਰਮੰਨੀ ਗੱਲ ਹੈ ਦੁਨੀਆ 'ਚ ਵੀ ਇਹ ਪਹਿਲਾ ਸਤਿਗੁਰੂ ਪੂਰਾ ਹੋਇਆ ਹੈ ਜਿਹਦੀ ਆਪਣੀ ਲਿਪੀ ਹੈ। ਅੱਜ ਦੀ ਸ਼ਬਦ ਚੌਂਕੀ ਅਸੀਂ ਗੁਰਮੁਖੀ ਲਿਪੀ ਤੇ ਲਾ ਰਹੇ ਹਾਂ ਵੀ ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਹੈ ਜਾਂ ਸਾਡੀ ਬਾਣੀ, ਇਹ ਉਸ ਵੇਲੇ ਰਾਜ ਸੀ ਮੁਸਲਮਾਨਾਂ ਦਾ। ਇਹ ਉਰਦੂ ਵਿੱਚ, ਪਰਸ਼ੀਅਨ ਵਿੱਚ, ਹੋਰ ਕਿਸੇ ਲਫ਼ਜ਼ਾਂ 'ਚ ਕਿਉਂ ਨਹੀਂ ਲਿਖਿਆ ਗਿਆ? ਕਿਉਂਕਿ ਸਤਿਗੁਰੂ ਪੂਰਾ ਸੀ ਔਰ ਉਹਨੂੰ ਪੂਰੇ ਸਤਿਗੁਰੂ ਨੂੰ ਇਹ ਅੱਖਰ ਆਪ ਆਏ। ਗੁਰਮੁਖੀ ਲਿਪੀ ਪਹਿਲੀ ਵਾਰੀ, ਇਹ ਤੇ ਹਿਸਟਰੀਆਂ ਨੇ ਲਿਖ ਦੇਣਾ ਜੀ ਗੁਰੂ ਅੰਗਦ ਨੇ ਅੱਖਰ ਬਣਾਏ ਜਾਂ ਫਲਾਂ ਮਾਰੀਆਂ, ਆਪਣੀਆਂ ਢੇਚਕਾਂ ਮਾਰਦੇ ਫਿਰਦੇ ਨੇ। ਅੱਜ ਅਸੀਂ ਬਾਣੀ ਰਾਹੀਂ ਸਾਬਤ ਕਰਾਂਗੇ ਵੀ ਇਹ ਜਿਹੜੇ ਅੱਖਰ ਸੀ ਇਹ ਬਾਬੇ ਨਾਨਕ ਨੂੰ ਸਭ ਤੋਂ ਪਹਿਲਾਂ ਬਚਪਨ 'ਚ ਆਏ ਔਰ ਉਹਨਾਂ ਨਾਲ ਆਏ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹਿੱਸਾ ਕੀ ਜਿਹੜਾ ਪੋਥੀ ਦਾ ਆਦਿ ਸੀ। ਪੋਥੀ ਸ਼ੁਰੂ ਕਿੱਥੋਂ ਹੁੰਦੀ ਹੈ? ਇਹ ਉਦਣ ਸ਼ੁਰੂ ਹੋਈ ਜਦੋਂ ਉਹਨਾਂ ਨਾਲ ਪੱਟੀ ਲਿਖੀ। ਸਕੂਲੇ ਬਿਠਾਏ ਗਏ ਔਰ ਉੱਥੋਂ ਬਾਅਦ 3 ਪੱਟੀਆਂ, ਮੈਂ ਸੰਖੇਪ 'ਚ ਸਾਰੀ ਚੀਜ਼ ਕਹਾਂਗਾ, ਖੋਜੀ ਜਾਣ ਆਪੇ ਹੀ ਬਾਅਦ 'ਚ ਬਾਕੀਆਂ ਖੋਜਾਂ ਕਰਦੇ ਫਿਰਨ। ਕਈ ਕਹਿੰਦੇ ਜੀ ਗੁਰੂ ਨਾਨਕ ਨੇ ਇੰਨੀ ਛੋਟੀ ਜਿਹੀ ਉਮਰ 'ਚ ਐਡਾ ਵੱਡੇ ਬ੍ਰਹਮ ਗਿਆਨ ਦੀ ਪੱਟੀ ਕਿਸ ਤਰ੍ਹਾਂ ਲਿਖ ਦਿੱਤੀ? ਮੇਰੇ ਨਾਲ ਉੱਥੇ ਬਹਿਸ ਹੋਈ ਬਰਕਲੇ ਯੂਨੀਵਰਸਿਟੀ 'ਚ ਅਮਰੀਕਾ 'ਚ। ਕਈ ਬੜੇ ਇੰਟੈਲੈਕਚੁਅਲ ਇੱਧਰੋਂ ਗਏ ਸੀ, ਕਹਿੰਦੇ ਜੀ ਛੋਟੀ ਜਿਹੀ ਉਮਰ 'ਚ ਉਹਨਾਂ ਨੇ ਕਿਸ ਤਰ੍ਹਾਂ ਪੱਟੀ ਲਿਖ ਦਿੱਤੀ? ਐਡਾ ਵੱਡਾ ਬ੍ਰਹਮ ਗਿਆਨ ਬੱਚਾ ਇੱਕ ਥੋੜੀ ਜਿਹੀ ਉਮਰ ਦਾ ਹੋਵੇ, ਉਹ ਕਿਸ ਤਰ੍ਹਾਂ ਐਡਾ ਵੱਡਾ ਬ੍ਰਹਮ ਗਿਆਨ ਲਿਖਦਾ? ਮੈਂ ਕਿਹਾ ਜੀ ਤੁਸੀਂ ਹੁਣੇ ਜੇ ਨਹੀਂ ਸੁਣਿਆ ਕਿ ਸਾਡੀ ਹਿੰਦੁਸਤਾਨੀ ਲੜਕੀ, ਉਹਨੂੰ ਕੋਈ ਡੇਟ ਦੱਸ ਦਿਓ ਕੀ ਜੀ, ਸ਼ਕੁੰਤਲਾ ਦੇਵੀ, ਉਹ ਮੌਰ ਕਈ ਸਾਲਾਂ ਦੇ ਕੈਲੰਡਰ ਰੱਖ ਦਿੰਦੀ, ਫੜ ਕੇ ਸਭ ਕੁਝ ਦੱਸੀ ਜਾਂਦੀ। ਉਹ ਕੋਈ ਉਹਦੇ ਅੰਦਰ ਹੀ ਮੈਥਮੈਟਿਕਸ ਸਾਰਾ ਕੰਪਿਊਟਰ ਸੈੱਟ ਹੋਇਆ ਉਸ ਕੁੜੀ ਦੇ। ਉਹਨੂੰ ਕੋਈ ਡੇਟ ਦੱਸ ਦੂਗੀ ਜੀ ਫਲਾਨਾ ਡੇਟ ਸੀ, ਫਲਾਨਾ ਮਹੀਨਾ ਸੀ, ਫਲਾਨਾ ਸਾਰਾ ਵੈਸੀ। ਇਹ ਇੱਕ ਦਾਤ ਹੈ। ਔਰ ਫਿਰ ਸਾਡੇ ਬਾਣੀ 'ਚ ਤੇ ਕਬੀਰ ਸਾਹਿਬ ਵੀ ਲਿਖ ਰਹੇ ਨੇ ਵੀ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਫਿਰ ਮਹੱਲੇ ਵੀ ਕਹਿ ਰਹੇ ਨੇ ਓੰਗ ਪ੍ਰਿਆ ਪ੍ਰੀਤ ਚੀਤ ਪਹਿਲਰੀਆ, ਇਹ ਮੇਰੇ ਪਿਛਲੇ ਜਨਮਾਂ ਦੀ ਪ੍ਰੀਤ ਹੈ। ਓੰਗ ਪ੍ਰਿਆ ਪ੍ਰੀਤ ਚੀਤ ਪਹਿਲਰੀਆ, ਮੈਂ ਪਿਛਲੇ ਜਨਮ ਦਾ ਵੀ ਭਗਤ ਸੀ, ਇਸ ਕਰਕੇ ਹਰ ਇੱਕ ਦਾ ਪਿਛਲਾ ਜਨਮ ਵੀ ਹੈ। ਔਰ ਇਹ ਤੇ ਜਿਹੜੀਆਂ ਵੱਡੀਆਂ ਮਹਾਨ ਹਸਤੀਆਂ ਸੀ, ਇਹਨਾਂ ਦਾ ਜਨਮ ਪਿਛਲਾ ਵੀ ਬੜਾ ਭਾਰਾ ਸੀ। ਇਸ ਕਰਕੇ ਗੁਰੂ ਨਾਨਕ ਨੂੰ ਇਹ ਸਮਝ ਲੈਣਾ ਵੀ ਇਸੇ ਜਨਮ 'ਚ ਹੀ ਉਹ ਪੈਦਾ ਹੋਏ ਸੀ। ਨਹੀਂ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ। ਕਬੀਰ ਜੀ ਉਹ ਕਹਿ ਰਹੇ ਨੇ, ਇਹ ਬਾਬੇ ਨਾਨਕ ਦਾ ਤੇ ਕੋਈ ਅੰਤ ਹੀ ਨਹੀਂ। ਉਹਨਾਂ ਨਾਲ ਇਹ ਕਿੱਥੋਂ ਉਹ ਕਹੀ ਜਾਣ। ਮੈਂ ਹਾਰ ਕੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਕਿੰਨੀਆਂ ਪੱਟੀਆਂ ਨੇ? ਉਹ ਕਹਿੰਦੇ 3 ਪੱਟੀਆਂ ਨੇ। ਇੱਕ ਗੁਰੂ ਅਮਰਦਾਸ ਸਾਹਿਬ ਦੀ ਪੱਟੀ, ਇੱਕ ਕਬੀਰ ਜੀ ਦੀ ਪੱਟੀ, ਇੱਕ ਬਾਬੇ ਨਾਨਕ ਦੀ ਪੱਟੀ, ਮਹੱਲੇ ਪਹਿਲੇ ਦੀ। ਮੈਂ ਕਿਹਾ ਤੁਸੀਂ ਕਦੀ ਧਿਆਨ ਨਾਲ ਦੇਖਿਆ ਵੀ ਸਾਰੀਆਂ ਦੇ ਉੱਤੇ ਇਹੋ ਹੀ ਹੈਡਿੰਗ ਹੈ? ਹਾਂਜੀ, ਪੱਟੀਆਂ ਤਿੰਨਾਂ ਦੇ ਉੱਤੇ ਪੱਟੀਆਂ। ਮੈਂ ਕਿਹਾ ਫਿਰ ਦੇਖਿਓ ਜਾ ਕੇ। ਜਦੋਂ ਖੋਲਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਂ ਧਾਨੇ ਗ੍ਰੰਥ, ਉੱਥੇ ਨਿਸ਼ਾਨੀ ਦੇਖੇ ਉਸ ਪੱਟੀ ਦੀ ਜਿਹੜੀ ਮਹੱਲੇ ਪਹਿਲੇ ਦੀ ਪੱਟੀ ਹੈ, ਉਹਦੇ ਤੇ ਇੱਕ ਚੀਜ਼ ਲਿਖੀ ਹੈ। ਬਾਕੀਆਂ ਪੱਟੀਆਂ ਦੇ ਉੱਤੇ ਸਿਰਫ ਪੱਟੀ ਹੈ। ਇਸ ਦੇ ਉੱਤੇ ਲਿਖ ਦਿੱਤਾ ਪੱਟੀ ਲਿਖੀ, ਐਨ ਹੈਡਿੰਗ। ਇਸ ਕਰਕੇ ਮਹੱਲੇ ਪਹਿਲੇ ਦੀ ਪੱਟੀ ਦੇ ਉੱਤੇ ਪੱਟੀ ਲਿਖੀ ਲਫ਼ਜ਼ ਆਏਗਾ ਤੇ ਬਾਕੀਆਂ ਦੇ ਉੱਤੇ ਨਹੀਂ ਆਏਗਾ, ਕਿਉਂਕਿ ਬਾਕੀਆਂ ਨੇ ਬਾਅਦਲੀ ਉਮਰ 'ਚ ਰਚੀਆਂ। ਤੋ ਇਸ ਕਰਕੇ ਜਿਹੜੀ ਪੱਟੀ ਲਿਖੀ, ਇਹ ਪਹਿਲਾਂ ਸਭ ਤੋਂ ਉਹਨਾਂ ਦੇ ਅੰਦਰ ਗੁਰਮੁਖੀ ਅੱਖਰ ਆਏ। ਇਹ ਜਿਹੜੀ ਗੁਰਮੁਖੀ ਲਿਪੀ ਸੀ ਨਾ, ਇਹਦੇ 'ਚ ਉਹਨਾਂ ਨੇ ਫਿਰ ਇਹ ਬਾਣੀ ਲਿਖੀ। ਤੇ ਮਹਾਰਾਜ ਆਪਣੀ ਪੌੜੀ 'ਚ ਆਪ ਦੱਸਦੇ ਨੇ ਵੀ ਇਹ ਮੈਨੂੰ ਅੱਖਰ ਕਿਸ ਤਰ੍ਹਾਂ ਆਏ। ਅੱਖਰ ਨਾਨਕ ਅਖਿਓ ਆਪੇ, ਅੱਖਰ ਨਾਨਕ ਅਖਿਓ ਆਪੇ।
नानक अखयो आपे आपे मालिक ने मैनू कहे अखर नानक अखयो आपे। अज दी शब्द चौंकी च असीं गुरमुखी लिपि नूं दुनिया भर दीआं लिपियां नालों उत्ते लै जाना। हर लिपि दे डिफैक्ट ने, हर लिपि अधूरी है, इक्को एक पूर्ण लिपि है जिहड़ी असीं गां शब्दां राहीं तुहानूं दस्सांगे भी ये साडी गुरमुखी लिपि पूर्ण लिपि है और बाकियां लिपियां च आ घाटे ने, साडे लिपि च ये वाधे ने। इस करके ये पूरे सतगुरु दी पूरी लिपि है, पूर्ण ब्रह्म ज्ञान है। और अज सेधा इहो जी लिपि दुनिया के तख्ते ते नहीं आई, बिच्चे भावें संस्कृत बना लो या कुछ बना लो पुरानियां नूं। अज दी शब्द चौंकी च असीं इहो विचार लैके कल नूं फिर शब्द चौंकी च असीं सतगुरु दा प्रकरण इहो गांह तोरांगे। पर अज असीं सतगुरु दी लिपि लैनी है। अखर नानक अखयो आपे अखर नानक अखयो ਜਿਹੜਾ ਅੰਦਰ ਦੇ ਭਰਾਂਤ ਕੂੜਾ ਕਬਾੜ ਭੜਿਆ ਨਾ ਗਾਰਬੇਜ ਅੰਦਰ ਦਵੈਤ ਦੁਬਦਾ ਅੰਦਰ ਦੀ ਉਹਦੀ ਨਿਕਲ ਜਾਏਗੀ ਜੇ ਉਹਨੂੰ ਆਹ ਦਾਤ ਹੋ ਗਈ। ਲਹਿ ਭਰਾਂਤ ਹੋਵੇ ਜਿਸ ਦਾਤ ਲਹਿ ਭਰਾਂਤ ਹੋਵੇ ਜਿਸ ਦਾਤ ਅੱਖਰ ਨਾਨਕ महला पहला कहता है कोई बंदा अपने आप च जोर ना जा जी मेरी जीन्स दे विच ये चीज चली आ रही है प्यो दादे मैं भी जी बन जा उदा दा। कहते नहीं महाराज इत्थों शुरू कर दे। आप बुझाए सोई बूझा आप बुझाए सोई बूझा जिस आप सुझाए तिस सब किस सूझै जिस आप सुझाए तिस सब किस सूझै। बाकी जिहड़ियां कथा कथौलियां मारी जानियां वो सब कुछ हो की है। कह कह कथना माया लूझै कह कह कथना माया लूझै हुक्मी सगल कह कह कथना माया लूझै जिस आप सुझाए तिस सब किछ सूझै जिस आप सुझाए तिस सब किछ सूझै। हुक्मी सगल करे आकार हुक्मी सगल करे आकार आपै जान सर्व विचार आपै जान सर्व विचार। हुक्मी सगल करे आकार लफ्ज बहुत टिपिकल है बाबे नानक दा। इहदा बड़ा भुलेखा हर थां ये कहंदे जी वो आपे कार ਜਿਹੜਾ आकार आ ਬਣਿਆ सारी चीज़ ਉਹਨੂੰ ਕਹਿੰਦੇ ਕੁਦਰਤ ਨੂੰ ਆਕਾਰ ਸਾਰਾ ਨਹੀਂ ਭਾਈ। ਇੱਥੇ ਆਕਾਰ ਜਿੱਥੇ ਬਾਬੇ ਨਾਨਕ ਨਾਲ ਲਿਆ ਉਹਦਾ ਮਤਲਬ ਪ੍ਰਕਾਸ਼। किस तरह सूक्ष्म मूर्त नाम नरंजन काया का आकार। नाम की चीज है बड़ी सूक्ष्म चीज है। ओदी काया की है प्रकाश। हुण प्रकाश की कोई काया तो हुंदी नहीं वो प्रकाश रूप ही है। इस करके इसे करके जप बाणी च पहला आ गया हुक्मी होवने आकार। पर ते तू कहा नहीं जाना नाम जे तू कह गया तेरे अंदर प्रकाश हो जाना। हुक्मी क्योंकि जप बाणी दी तो कह ਇਹਦਾ कोई मतलब नहीं समझ सके हादसे का लेकिन आएगा मतलब जप के उत्ते ही क्योंकि हैडिंग जप है। हुक्मी होवने आकार हुक्म ना कहा जाए। इस करके तैथों कहा नहीं जाना जिहड़ा नाम का कहना है यो जप बाणी का हैडिंग है जप करना। इत्थे भी जिहड़ा आकार है कहता हुक्मी सगल करें आकार। तू सारे हुक्म ना प्रशा जिन्नू तू कह जिन्नू तू बुझाना है ना जां प्रकाश देना है आपे जाने सर्व विचार। तू अपनी विचार आप ही जानदा। पर हर थां आकार दा मतलब कुदरत ला देना गलत है
ਜੇ ਤੁਸੀਂ ਆਕਾਰ ਦਾ ਮਤਲਬ ਲਾਉਣਾ ਤੇ ਜਿੱਦਾਂ ਆਸਾ ਦੀ ਵਾਰ ਚ ਸੂਖਮ ਮੂਰਤ ਨਾਮ ਨਰੰਜਨ ਕਾਇਆ ਕਾ ਆਕਾਰ ਮਨੇ ਪ੍ਰਕਾਸ਼ ਹੁਕਮੀ ਸਗਲ ਕਰੇ ਆਕਾਰ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪੇ ਅੱਖਰ ਨਾਨਕ ਅਖਿਓ ਆਪੇ ਲਹਿ ਪਰਾਤੇ ਹੋਵੇ ਜਿਸ ਦਾਤੇ ਲਹਿ ਪਰਾਤੇ ਹੋਵੇ ਜਿਸ ਦਾਤੇ। ਗੁਰੂ ਨਾਨਕ ਨੂੰ ਪਹਿਲੀ ਵਾਰੀ ਇਹ ਲਿਪੀ ਆਈ, ਗੁਰਮੁਖੀ ਆਈ, ਔਰ ਇਹਦੇ ਵਿੱਚ ਹੀ ਫਿਰ ਉਹਨਾਂ ਨੂੰ ਗੁਰਮੰਤਰ ਆਇਆ। ਇਹੋ ਚੌਖਰਾ ਸ਼ਬਦ ਉਹਨਾਂ ਨੂੰ ਆਇਆ ਔਰ ਉਹਨਾਂ ਨੇ ਗਾਂ ਫਿਰ ਬਾਬੇ ਲਹਿਣੇ ਨੂੰ ਦਿੱਤਾ, ਜਿਹੜਾ ਕਿ ਉਤਲਾ ਸ਼ਲੋਕ ਹੈ। ਮਹੱਲਾ ਦੂਜਾ ਕਹਿੰਦਾ ਮੈਨੂੰ ਬਾਬੇ ਨਾਨਕ ਨਾ ਆਪ ਹੀ ਅੱਖਰ ਆਖੇ ਕੀ ਦਿਖਿਆ ਆਖ ਬੁਝਾਇਆ ਦਿਖਿਆ ਆਖ ਬੁਝਾਇਆ। ਉਹ ਮੈਨੂੰ ਨੇ ਦਿਖਿਆ ਇਹਨਾਂ ਲਫ਼ਜ਼ਾਂ ਨਾਲ ਦਿੱਤੀ ਹੈ। ਮਹੱਲਾ ਦੂਜਾ ਕਹਿੰਦਾ ਦਿਖਿਆ ਆਖ ਬੁਝਾਇਆ ਦਿਖਿਆ ਆਖ ਬੁਝਾਇਆ। ਪਹਿਲਾ ਮਹੱਲੇ ਦੂਜੇ ਦੀ ਬਾਣੀ ਹੈ। ਮਹੱਲੇ ਪਹਿਲੇ ਦੀ ਬਾਣੀ ਉੱਚ ਹੱਦੀ ਵੈਣ ਨੇ, ਉਹ ਕਹਿ ਰਿਹਾ ਮੈਨੂੰ ਤੇ ਅਕਾਲ ਪੁਰਖ ਨੇ ਅੱਖਰ ਦਿੱਤੇ, ਤੇ ਮਹੱਲਾ ਦੂਜਾ ਕਹਿੰਦਾ ਮੈਨੂੰ ਬਾਬੇ ਨਾਨਕ ਨੇ ਦਿੱਤੇ। ਦਿਖਿਆ ਆਖ ਬੁਝਾਇਆ ਦਿਖਿਆ ਆਖ ਬੁਝਾਇਆ ਸਿਵਤੀ ਸੱਚ ਸਮੇਓ ਸਿਵਤੀ ਸੱਚ ਸਮੇਓ। ਇੱਥੇ ਸਲਾਹ ਨਹੀਂ ਲਿਖੀ, ਸਿਫਤੀ ਲਿਖ ਦਿੱਤੀ। ਦੋ ਲਫ਼ਜ਼ ਨੇ ਸਿਫਤ ਤੇ ਸਲਾਹ। ਭਾਈ ਸਿਫਤ ਜਿੱਥੇ ਜਿੱਥੇ ਲਿਖੇ ਗਏ ਉੱਥੇ ਨਿਰੋਲ ਨਾਮ ਜਪਣਾ, ਕੇਵਲ ਨਾਮ ਜਪਣਾ। ਇਹ ਬਾਬੇ ਨਾਨਕ ਦਾ ਆਪਣਾ ਟਿਪੀਕਲ ਲਫ਼ਜ਼ ਹੈ ਔਰ ਉੱਥੇ ਹੀ ਵਰਤੇਗਾ, ਉੱਥੇ ਹੀ ਆਏਗਾ ਜਿੱਥੇ ਕੇਵਲ ਨਾਮ ਜਪਣਾ ਹੋਊਗਾ। ਤੇ ਇਸ ਕਰਕੇ ਮਹੱਲਾ ਦੂਜਾ ਵੀ ਉਸੇ ਤਰ੍ਹਾਂ ਹੀ ਬਾਣੀ ਰਚ ਰਿਹਾ। ਸਿਫਤੀ ਸੱਚੇ ਸਮੇਂ ਸਿਫਤੀ ਸੱਚੇ ਸਲਾਹ ਹੈ ਬਾਣੀ ਪੜ੍ਹਨੀ ਗਾਉਣੀ ਸਭ ਕੁਝ ਸਲਾਹ ਕਰਨੀ ਉਹਦੀ, ਪਰ ਇਹਦੇ ਨਾਲ ਤੂੰ ਉਹਦੇ ਸੱਚ ਦੇ ਵਿੱਚ ਸਮਾਏਗਾ ਨਹੀਂ, ਸਗੋਂ ਹੋਰ ਮਨ ਚੰਚਲ ਹੋ ਜਾਊ, ਚਤਰਾਈ ਚ ਆ ਜਾਏਗਾ। ਕਾਹਦੇ ਨਾਲ ਸਮਾਏਗਾ? ਸਿਫਤੀ ਸੱਚੇ ਸਮੇਂ ਸਿਫਤੀ ਸੱਚੇ ਸਮੇਂ। ਮਹੱਲੇ ਦੂਜੇ ਨਾਲ ਕੋਈ ਸ਼ਬਦ ਨਹੀਂ ਰਚਿਆ, ਕੋਈ ਛੰਦ ਨਹੀਂ ਰਚਿਆ, ਕੋਈ ਬਾਣੀ ਨਹੀਂ ਰਚੀ, ਉਹਨਾਂ ਨੇ ਸਿਰਫ ਸ਼ਲੋਕ ਹੀ ਰਚੇ ਆ, ਪਰ ਬਹੁਤ ਡੂੰਘੇ। ਉਹਨਾਂ ਨੇ ਕਿਹਾ ਮੈਨੂੰ ਹੋਰ ਕਿਸੇ ਦੀ ਹੋਰ ਦੀਖਿਆ ਲੈਣ ਦੀ ਲੋੜ ਨਹੀਂ, ਉਪਦੇਸ਼ ਲੈਣ ਦੀ ਲੋੜ ਨਹੀਂ। ਕਿਉਂ? ਦੀਖਿਆ ਆਪ ਬੁਝਾਇਆ ਸਿਫਤੀ ਸੱਚੇ ਸਮੇਂ ਇਹ ਤਿੰਨ ਕੋ ਕਿਆ ਉਪਦੇਸਿਆ ਇਹ ਤਿੰਨ ਕੋ ਕਿਆ ਉਪਦੇਸਿਆ ਜਿਨ ਗੁਰੂ ਨਾਨਕ ਆ ਗਿਆ ਗੁਰ ਰਾਰੇ ਨੂੰ ਔਂਕੜ ਵਾਲਾ। ਜਿਨ ਗੁਰ ਨਾਨਕ, ਗੁਰ ਨਾਨਕ ਕੀ ਹੈ? ਸ਼ਬਦ ਅਖੁੱਟ ਬਾਬਾ ਨਾਨਕਾ ਸ਼ਬਦ ਅਖੁੱਟ ਬਾਬਾ ਨਾਨਕਾ। ਉਹ ਮੈਂ ਬਾਬੇ ਨਾਨਕ ਦੀ ਦੇਹ ਕੋਲੋਂ ਕੁਛ ਨਹੀਂ ਲਿਆ, ਮੈਂ ਉਹਦੀਆਂ ਦੇਹਾਂ ਕੋਲੋਂ ਪੜਾਸਾਂ ਲੈਣੀਆਂ ਸੀ। ਉਹ ਦੇਹ ਕੋਲੋਂ ਕੀ ਲਓਗੇ ਤੁਸੀਂ? ਦੇਹਾਂ ਮਗਰ ਭੱਜਦੇ ਹਾਂ ਅਸੀਂ। ਉਹਨਾਂ ਦੇ ਅੰਦਰ ਗਿਆਨ ਗੁਰੂ ਹੁੰਦਾ ਹੈ। ਜਿਹੜੀ ਦੇਹੀ ਹੁੰਦੀ ਆ ਗੁਰੂਆਂ ਦੀ, ਉਹਨਾਂ ਦੇ ਅੰਦਰ ਜਿਹੜਾ ਗਿਆਨ ਆ ਉਹ ਤੁਹਾਡੇ ਅੱਖਰਾਂ 'ਚ ਖਿਲਰਿਆ ਪਿਆ ਗਿਆਨ। ਇਹ ਤਾਂ ਸਾਹਮਣੇ ਹੁੰਦਾ। ਅਸੀਂ ਦੇਹਾਂ ਵੱਲ ਜਾਂਦੇ, ਮੂਰਤਾਂ ਵੱਲ, ਫੋਟੋਆਂ ਵੱਲ ਭੱਜਿਆ। ਕਲਗੀਆਂ ਵਾਲਾ ਜੀ ਉਹ ਮਾਰ ਘਰ 'ਚ ਫੋਟੋਆਂ ਲਾ ਲਾਂਗੇ ਕਲਗੀਆਂ ਵਾਲਾ। ਉਹ ਭਾਈ ਉਹ ਕਲਗੀਆਂ ਵਾਲਾ ਜੇ ਆ ਵੀ ਜਾਊਗਾ ਤੇ ਉਹਨੂੰ ਬਿਠਾ ਲਓਗੇ ਕਿੱਥੇ? ਗੱਦੀ ਤੇ ਸ਼ਬਦ ਕੋਲ ਹੈ। ਕੋਈ ਵੀ ਗੁਰੂ ਦੇਹ 'ਚ ਆ ਕੇ ਦਰਸ਼ਨ ਦੇ ਜੂਗਾ। ਅੱਜ ਕਹਾਂਗੇ ਯਾਰ ਤੇ ਰਿਟਾਇਰਡ, ਨੋ ਪਲੇਸ, ਕੋਈ ਜਗ੍ਹਾ ਹੀ ਨਹੀਂ ਹੈ ਸਾਡੇ ਕੋਲ। ਤੇ ਗੱਦੀ ਹੈ ਹੀ ਗੁਰੂ, ਸ਼ਬਦ ਗੁਰੂ ਕੋਲ ਹੈ। ਕਿਉਂ? ਤੇਰਾ ਕਵਨ ਗੁਰੂ
जिसका तू चेला तेरे कावन ਉਹ ਸਿੱਖ ਕਹਿੰਦੇ ਅੱਜ ਕੱਲ ਸਾਰੇ ਜਿੰਨੇ ਪੁਜਾਰੀ ਨੂੰ ਕਹਿੰਦੇ ਜੀ ਸਾਡਾ ਕਿਹੜਾ ਗੁਰੂ ਹੈ ਗ੍ਰੰਥ ਗੁਰੂ ਪਾਠ ਧੁਨ ਚੇਲਾ ਵੀ ਇਹ ਤੇ ਨਹੀਂ ਤੋ ਕੀ ਹੈ ਜੀ ਸ਼ਬਦ ਗੁਰੂ ਸੁਰਤ ਧੁਨ ਜੀ ਖਰੇ ਪੰਜ ਪਾਠ ਸੁਖਮਨੀ ਸਾਹਿਬ ਦੇ ਜਾਂ ਜਪਜੀ ਸਾਹਿਬ ਦਾ ਰੋਜ਼ ਪਾਠ ਕਰਕੇ ਉਹਦੇ 'ਚ ਘੂੰ ਘੂੰ ਧੁਨ ਪਾਠ ਕਰੀ ਚਲੋ ਉਹਦੇ 'ਚ ਖਰੇ ਸਾਡੀ ਮੁਕਤੀ ਹੋ ਜਾਣੀ ਉਹ ਕਹਿੰਦੇ ਆ ਗ੍ਰੰਥ ਗੁਰੂ ਪਾਠ ਧੁਨ ਚੇਲਾ ਉਹ ਨਹੀਂ ਭਾਈ ਗੁਰੂ ਨਾਨਕ ਕਹਿ ਰਿਹਾ ਸਿੱਧਾ ਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਕਵਨ ਆਰੰਭ ਕਵਨ ਮਤ ਵੇਲਾ ਇਹ ਕਵਨ ਆਰੰਭ ਕਵਨ ਮਤ ਵੇਲਾ ਉਹ ਤੇਰਾ ਕਵਨ ਗੁਰੂ ਉਹ ਜਿਸ ਕਾ ਤੂੰ ਚੇਲਾ ਉਹ ਸਿੱਧਾ ਨੇ ਕਿਹਾ ਯਾਰ ਕਿਸੇ ਦਾ ਗੋਰਖ ਗੁਰੂ ਸੀ ਨਾਰਦ ਮੁਨੀ ਗੁਰੂ ਸੀ ਬੜੇ ਬੜੇ ਗੁਰੂ ਹੋਏ ਰਿਸ਼ੀਆਂ ਮੁਨੀਆਂ ਜਿਹਾਂ ਚ ਗੁਰੂ ਯਾਰਾ ਆ ਤਪੀਆ ਕੋਈ ਨਾਨਕ ਤਪੀਆ ਜੀ ਵੀ ਆ ਗਿਆ ਕਹਿਣ ਡਿਆ ਉਹ ਕਹਿੰਦੇ ਯਾਰ ਤੇਰਾ ਗੁਰੂ ਕਿਹੜਾ ਤੇ ਤੂੰ ਸ਼ੁਰੂ ਕਿੱਥੋਂ ਕਰਦਾ ਤੂੰ ਆਰੰਭ ਕਿੱਥੋਂ ਕਰਦਾ ਕਵਨ ਆਰੰਭ ਕਵਨ ਮਤ ਵੇਲਾ ਤੂੰ ਕਿਹੜੀ ਮਤ ਨਾਲ ਫਿਰ ਤੂੰ ਜਪਦਾ ਜਾਂ ਰੱਬ ਨੂੰ ਮਿਲਦਾ ਕਵਨ ਆਰੰਭ ਕਵਨ ਮਤ ਵੇਲਾ ਉਹ ਕਹਿੰਦੇ ਜੀ ਪਵਨ ਆਰੰਭ ਮੈਂ ਇੱਕ ਅੱਖ ਹੈ ਸ਼ਬਦ ਪੱਖ ਹੈ ਆਰਧ ਔਰਧ ਦਿਨ ਰਾਤ ਮੈਂ ਪਵਨ ਆਰੰਭ ਕਰਦਾ ਇਨਹੇਲ ਐਕਸਹੇਲ ਦੇ ਨਾਲ ਸ਼ਬਦ ਦੀ ਤਾਲ ਜੋੜ ਕੇ ਪਵਨ ਆਰੰਭ ਤੇ ਮਤ ਮੇਰੇ ਕੋਲ ਬਾਣੀ ਆ ਜਿਹੜੀ ਸਤਿਗੁਰੂ ਦੀ ਮਤ ਹੈ ਸਾਰੀ ਇਹ ਉਹਨੇ ਆਪ ਦਿੱਤੀ ਹੈ ਮੈਨੂੰ ਸਤਿਗੁਰ ਮਤ ਵੇਲਾ ਦਾ ਮਤਲਬ ਹੈ ਬਾਣੀ ਦੀ ਮਦਦ ਤੋਂ ਬਗੈਰ ਠੀਕ ਸ਼ਬਦ ਨਹੀਂ ਜਪਿਆ ਜਾਏਗਾ ਉਹ ਜਿਹੜੇ ਪੈ ਜਾਓ ਸ਼ਬਦ ਕਵਨ ਆਰੰਭ ਕਵਨ ਮਤ ਵੇਲਾ ਮਹਾਰਾਜ ਕਹਿੰਦੇ ਪਵਨ ਆਰੰਭ ਸਤਿਗੁਰ ਮਤ ਵੇਲਾ ਉਹ ਕਹਿੰਦਾ ਤੇਰਾ ਕਿਹੜਾ ਗੁਰੂ ਆ ਉਹ ਕਹਿੰਦਾ ਸ਼ਬਦ ਗੁਰੂ ਉਹ ਕਹਿੰਦਾ ਫਿਰ ਨਾਲੇ ਸ਼ਬਦ 10 ਵੀ ਗਏ ਵਿੱਚ ਸ਼ਬਦ ਗੁਰੂ ਔਰ ਜਿਹੜਾ 10 ਗਏ ਇਹਨਾਂ ਪੱਟਾ ਨੇ ਛੀਟੀ ਨਾ ਫੜ ਲਿਆ ਪਿੱਛੇ ਆਣ ਕੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਹੈ ਗੁਰੂ ਗੁਰੂ ਗੁਰ ਕਰ ਮਨ ਮੇਰੇ ਆ ਹੁਕਮਨਾਮਿਆਂ 'ਚ ਵੀ ਡਾਕਟਰ ਗੰਡਾ ਸਿੰਘ ਨੇ ਲੱਭ ਲਿਆ ਉਹ ਕਹਿੰਦੇ ਸਾਰੀ ਸੰਗਤ ਵੱਲ ਜਾਂਦੇ ਹੁਕਮਨਾਮੇ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ ਤੇ ਅਸੀਂ ਤੇ ਪਹਿਲਾਂ ਹੀ ਕਹਿਣ ਡਿਆ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸਾਡਾ ਗੁਰੂ ਤੇ ਪਹਿਲਾਂ ਹੀ ਦੱਸ ਦਿੱਤਾ ਮਹਾਰਾਜ ਨੇ ਜਪ ਬਾਣੀ 'ਚ ਨਹੀਂ ਖੋਲਿਆ ਤੇ ਸ਼ਲੋਕ 'ਚ ਖੋਲਤਾ ਅਖੀਰ ਤੇ ਜਾ ਕੇ ਪਵਨ ਮੇਰੇ ਲਈ ਹਵਾ ਪਾਣੀ ਧਰਤਾ ਮਾਤਾ ਸਭ ਕੁਝ ਮੇਰੇ ਲਈ ਕੀ ਹੈ ਨਾਨਕ ਕਾ ਜੀਓ ਪਿੰਡ ਗੁਰੂ ਹੈ ਇਸ ਕਰਕੇ ਆਸਾ ਦੀ ਵਾਰ 'ਚ ਵੀ ਦੱਸਤਾ ਨਾਨਕ ਗੁਰੂ ਨਾ ਚੇਤਨੀ ਮਾਨੇ ਆਪਣੇ ਸੁਚੇਤ ਤੋ ਗੁਰੂ ਦੱਸ ਦਿੱਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਹ ਸ਼ਬਦ ਗੁਰੂ ਸੁਰਤ ਧੁਨ ਚੇਲਾ हे ਨਾਨਕ ਤੈਨੂੰ ਵੀ ਅੱਖਰ ਮਿਲੇ ਕਿੱਥੋਂ ਹੀ ਚਾਰੇ ਅੱਖਰ ਨਾਨਕ ਆਖੇ ਓ ਆਤੇ ਗਿਆ ਕਿੱਦਾਂ ਤੇ ਉਹ ਤੈਨੂੰ ਕਿੱਥੇ ਮਿਲਿਆ ਬਾਹਰ ਮਿਲਿਆ ਕਿਤੇ ਜਾਂ ਉਹਦਾ ਹੈੱਡਕੁਆਟਰ ਕਿੱਥੇ ਜਿਹੜੇ ਰੱਬ ਨੂੰ ਤੂੰ ਜਾ ਕੇ ਤੈਨੂੰ ਅੱਖਰ ਦਿੱਤੇ ਤੇ ਉਹ ਕਹਿੰਦੇ ਮੈਨੂੰ ਮਿਲਿਆ ਹੈ
ਉਹ ਕਹਿੰਦੇ ਕਿੱਦਾਂ? ਕਹਿੰਦੇ ਮੈਂ ਅੰਦਰ ਹੀ ਅੰਦਰ ਚੜਿਆ। ਉਹ ਢਾਡੀ ਹਰ ਪ੍ਰਭ ਖਸਮ ਕਾ ਹਾਰ ਕਹਿ ਧਾਰਿਆ ਆ। ਉਹ ਢਾਡੀ ਹਰ ਪ੍ਰਭ ਖਸਮ ਕਾ ਹਾਰ ਕਹਿ ਧਾਰਿਆ ਆ। ਕਿੱਦਾਂ ਆਇਆ ਅੰਦਰ? ਹਰ ਅੰਦਰੇ ਸੁਣੀ ਪੁਕਾਰ, ਹਰ ਅੰਦਰੇ ਸੁਣੀ ਪੁਕਾਰ, ਅੰਦਰੇ ਅੰਦਰੇ ਸੁਣੀ ਪੁਕਾਰ। ਢਾਡੀ ਮੁਖ ਲਾਇਆ, ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਧਾਰਿਆ ਆ। ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਧਾਰਿਆ ਆ। ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਉਹ ਪੁੱਛਿਆ ਢਾਡੀ ਸੱਦ ਕੇ, ਜਦੋਂ ਅੰਦਰੋਂ ਚੜਿਆ ਉਹਨੇ ਫਿਰ ਪੁੱਛਿਆ ਤੈਨੂੰ ਕੀ ਪ੍ਰੋਬਲਮ ਹੈ ਭਈ, ਤੈਨੂੰ ਕੀ ਤਕਲੀਫ ਹੈ, ਤੂੰ ਕਿੱਦਾਂ ਆਇਆ? ਹਰ ਪੁੱਛਿਆ ਢਾਡੀ ਸੱਦ ਕੇ, ਹਰ ਪੁੱਛਿਆ ਢਾਡੀ ਸੱਦ ਕੇ ਕਿਸ ਅਰਥ ਤੂੰ ਆਇਆ। ਹਰ ਪੁੱਛਿਆ ਢਾਡੀ ਸੱਦ ਕੇ ਕਿਸ ਅਰਥ ਤੂੰ ਆਇਆ। ਹਰ ਅੰਦਰੇ ਸੁਣੀ ਪੁਕਾਰ, ਹਰ ਅੰਦਰੇ ਸੁਣੀ ਪੁਕਾਰ, ਅੰਦਰੇ ਅੰਦਰੇ ਸੁਣੀ ਪੁਕਾਰ। ਇਹ ਢਾਡੀ ਮੁਖ ਲਾਇਆ, ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਇਹ ਕੋਈ ਤਖਯਲ ਨਹੀਂ ਹੈ, ਇਹ ਕੋਈ ਪੋਇਟਰੀ ਦੀਆਂ ਉਡਾਨਾਂ ਨਹੀਂ ਹੈ, ਇਹ ਸੱਚੋ ਹੀ ਸੱਚ ਹੈ ਜੋ ਲਿਖ ਰਹੇ ਨੇ। ਤੋ ਲਿਖ ਰਹੇ ਨੇ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਧਾਰਿਆ ਆ। ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਧਾਰਿਆ ਆ। ਹਰ ਅੰਦਰੇ ਸੁਣੀ ਪੁਕਾਰ, ਅੰਦਰੇ ਅੰਦਰੇ ਸੁਣੀ ਪੁਕਾਰ, ਅੰਦਰੇ 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 ਸੁਣੀ ਪੁਕਾਰ, ਢਾਡੀ ਮੁਖ ਲਾਇਆ। ਪੁਕਾਰ ਕਿੱਦਾਂ ਸੁਣੀ? ਹਾਂ ਸਿਫਤ ਕਰੀ ਅਰਦਾਸ ਜੀਓ, ਹਾਂ ਸਿਫਤ ਕਰੀ ਅਰਦਾਸ ਜੀਓ, ਹਾਂ ਸਿਫਤ ਕਰੀ ਅਰਦਾਸ ਜੀਓ, ਹਾਂ ਸਿਫਤ ਕਰੀ ਅਰਦਾਸ ਜੀਓ। ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਹਰ ਅੰਦਰੇ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਉਹ ਪੁਕਾਰ ਕੀ ਹੈ? ऊपर पूजा कर मैं गुर पै पुकारिया, ऊपर पूजा कर मैं गुर पै पुकारिया। हर अंदरे सुनी पुकार, ढाडी मुख लाया। हर अंदरे सुनी पुकार, ढाडी मुख लाया। हर पुछया ढाडी सद कै कित अर्थ तू आया। हर पुछया ढाडी सद कै कित अर्थ तू आया। नित देवो दान दयाल प्रभ हर नाम ते आया। नित देवो दान दयाल प्रभ हर नाम ते आया। हर दाते हर नाम जपाया, हर दाते हर नाम जपाया, नानक पैन आया। हर दाते हर नाम जपाया, नानक पैन आया। नानक दा आदर कीता, उत्थे प्यार दिता, ओनू अदब कीता, ओहदा नानक पैन आया, क्योंकि नानक दे कक्का नू औंकड़ है इत्थे खास। हर दाते हर नाम जपाया, नानक पैन आया। हर दाते हर नाम जपाया, नानक पैन आया। ये अखर नानक अखे इसे दे गां पौड़ी लाई। फिर वो है पौड़ी महल्ले पहले दी। वो पौड़ी की है? हों ढाडी बेकार, हों ढाडी बेकार, कारे लाया, कारे लाया। हों ढाडी बेकार, कारे लाया, कारे लाया।
ਨਾਨਕ ਕਹਿੰਦਾ ਮੈਂ ਬੇਕਾਰ ਤੁਰਿਆ ਫਿਰਦਾ ਸੀ, ਮੈਨੂੰ ਇੱਕ ਨੇ ਆਪਣੀ ਸੱਚੀ ਕਾਰ ਚਲਾ ਲਿਆ। ਹੁਣ ਢਾਡੀ ਬੇਕਾਰ ਕਾਰ ਲਾਇਆ, ਕਾਰ ਲਾਇਆ, ਹੁਣ ਢਾਡੀ ਬੇਕਾਰ ਕਾਰ ਲਾਇਆ, ਕਾਰ ਲਾਇਆ। ਰਾਤ ਦਹਿ ਕੈ ਵਾਰ ਤੁਰੋ ਫਰਮਾਇਆ, ਅਕਾਲ ਪੁਰਖ ਨੇ ਆਪ ਉਹਨੂੰ ਫਰਮਾਇਆ ਸੀ। ਇਹ ਪੌੜੀ ਸਾਧੀ ਪੜ੍ਹਦੇ ਤੇ ਗੁਰੂ ਅੰਗਦ ਨੂੰ ਕਿਨ ਫਰਮਾਇਆ ਸੀ? ਸੱਚ ਜੇ ਗੁਰੇ ਫਰਮਾਇਆ, ਸੱਚ ਜੇ ਗੁਰੇ ਫਰਮਾਇਆ, ਕਿਉਂ ਇਹ ਤੂੰ ਬੋਲੋ ਹਟਿਆ, ਕਿਉਂ ਇਹ ਤੂੰ ਬੋਲੋ ਹਟਿਆ। ਗੁਰੂ ਨਾਨਕ ਨੇ ਗਾਂ ਫਿਰ ਗੁਰੂ ਅੰਗਦ ਨੂੰ ਫਰਮਾਤਾ, ਭਾਈ ਆ ਬੋਲਣੋਂ ਨਾ ਹਟੀ, ਕਿਉਂਕਿ ਮੈਨੂੰ ਤੁਰੋਂ ਹੀ ਇਹ ਕਾਰ ਦੇ ਕੇ ਭੇਜਿਆ ਵੀ ਨਾ ਵੀ ਜਪੀ ਚਲੀ। ਰਾਤ ਦਹਿ ਕਹਿ ਕਾ ਤੁਰੋ ਫਰਮਾਇਆ, ਤੁਰੋ ਫਰਮਾਇਆ, ਰਾਤ ਦਹਿ ਕਹਿ ਕਾ ਤੁਰੋ ਫਰਮਾਇਆ, ਤੁਰੋ ਫਰਮਾਇਆ। ਜਦੋਂ ਮੈਂ ਰਾਤ ਦਿਨੇ ਕਮਾਈ ਕੀਤੀ ਤੇ ਕੀ ਹੋ ਗਿਆ? ਢਾਡੀ ਸੱਚੇ ਮਹਿਲ ਖਸਮੇ ਬੁਲਾਇਆ, ਖਸਮੇ ਬੁਲਾਇਆ, ਢਾਡੀ ਸੱਚੇ ਮਹਿਲ ਖਸਮੇ ਬੁਲਾਇਆ, ਖਸਮੇ ਬੁਲਾਇਆ। ਇਹ ਸੱਚੀ ਸਿਫਤ ਸਲਾਹ ਕੱਪੜਾ ਆਇਆ, ਕੱਪੜਾ ਆਇਆ, ਇਹ ਸੱਚੀ ਸਿਫਤ ਸਲਾਹ ਕੱਪੜਾ ਆਇਆ, ਕੱਪੜਾ ਆਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਭੋਜਨ ਆਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਭੋਜਨ ਆਇਆ। ਇਹ ਗੁਰਮਤਿ ਖਾਦਾ ਰਜ, ਗੁਰਮਤਿ ਖਾਦਾ ਰਜ, ਤਿਨੇ ਸੁਖ ਪਾਇਆ, ਤਿਨੇ ਸੁਖ ਪਾਇਆ। ਇਹ ਗੁਰਮਤਿ ਖਾਦਾ ਰਜ, ਤਿਨੇ ਸੁਖ ਪਾਇਆ, ਤਿਨੇ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਸ਼ਬਦ ਵਜਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਸ਼ਬਦ ਵਜਾਇਆ। ਨਾਨਕ ਸੱਚ ਸਲਾਹੇ ਪੂਰਾ ਪਾਇਆ, ਪੂਰਾ ਪਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ, ਪੂਰਾ ਪਾਇਆ। ਢਾਡੀ ਸੱਚੇ ਮਹਿਲ ਖਸਮੇ ਬੁਲਾਇਆ, ਖਸਮੇ ਬੁਲਾਇਆ, ਢਾਡੀ ਸੱਚੇ ਮਹਿਲ ਖਸਮੇ ਬੁਲਾਇਆ, ਖਸਮੇ ਬੁਲਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਸ਼ਬਦ ਵਜਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਸ਼ਬਦ ਵਜਾਇਆ। ਇਹ ਸੀ ਸ਼ਬਦ, ਇਹ ਸੀ ਅੱਖਰ, ਇਹ ਸੀ ਜੋ ਵਾਰਾਂ ਦੱਸ ਰਹੀਆਂ ਸਾਨੂੰ ਮਹਾਰਾਜ ਨੂੰ ਆਪ ਆਏ। ਧੰਨ ਗੁਰੂ ਆਦਿ ਗੁਰੂ ਬਾਬਾ ਨਾਨਕ ਜੀ ਹੁਣ ਇਹਨਾਂ ਅੱਖਰਾਂ 'ਚ ਬੋਲੇ। ਹੁਣ ਇਹਦਾ ਜਿਹੜਾ ਪਹਿਲਾ ਅੱਖਰ ਹੈ, ਹੁਣ ਚੱਲਦੀ ਪੀਏ ਊੜਾ ਐੜਾ ਈੜੀ ਲਫ਼ਜ਼ ਨੇ ਜਾਂ ਓ ਆ ਈ ਨੇ। ਇਹ ਜੋ ਤੁਰੀ ਆ ਰਹੀ ਹੈ ਰੀਤ, ਇਹ ਪਹਿਲਾ ਅੱਖਰ ਸਾਡਾ ਊੜਾ ਹੈ, ਫਿਰ ਐੜਾ ਹੈ, ਫਿਰ ਈੜੀ ਹੈ। ਭਾਈ ਇਹ ਤੇ ਬੱਚੇ ਦੇ ਮੂੰਹ ਚੋਂ ਨਿਕਲ ਹੀ ਨਹੀਂ ਸਕਦੇ। ਇਹਦੇ ਜੇ ਸਾਡੇ ਪਹਿਲੇ ਅੱਖਰ ਹੈ ਤੇ ਉਹਨਾਂ ਦੀ ਹਿੰਦੀ ਦੇ ਵੀ ਆ ਉਹ ਐਸੇ ਲਫ਼ਜ਼ ਹੈ ਜਿਹੜਾ ਬੱਚਾ ਵੀ ਬੋਲ ਸਕਦਾ। ਬੱਚਾ ਤੇ ਊੜਾ